ਦਵਾਂ ਕਿ ਜਿਨ੍ਹਾਂ ਦੀ ਕਿਰਪਾ ਦੇ ਨਾਲ, ਸਾਰੇ ਧਿਆਨ ਨਾਲ ਸੁਣੋ, ਜਿਨ੍ਹਾਂ ਦੀ ਕਿਰਪਾ ਦੇ ਨਾਲ ਤੁਸੀਂ ਅੱਜ ਇੱਥੇ ਬੈਠੇ ਹੋ ਨਾ, ਅਸੀਂ ਵਿਦਿਆ ਪ੍ਰਾਪਤ ਕਰ ਰਹੇ ਹਾਂ, ਸਾਨੂੰ ਮੈਡਮਾਂ ਪੜ੍ਹਾ ਰਹੀਆਂ ਨੇ, ਉਹ ਤੁਹਾਨੂੰ ਸਕਰੀਨ 'ਤੇ ਦਰਸ਼ਨ ਦੇਣ ਲੱਗੇ ਨੇ ਸਾਹਮਣੇ। ਸੋ ਸਾਰਿਆਂ ਨੇ ਬੜੇ ਪ੍ਰੇਮ ਦੇ ਨਾਲ ਆਰਾਮ ਨਾਲ ਬੈਠ ਕੇ ਸਤਿਗੁਰੂ ਜੀ ਦੇ ਪ੍ਰਵਚਨ ਸਰਵਣ ਕਰਨੇ ਨੇ, ਬੜੇ ਧਿਆਨ ਨਾਲ ਸੁਣੇ। ਅਸੀਂ ਉਹਦੇ ਵਿੱਚੋਂ ਪੁੱਛਣਾ ਕਿ ਸੱਚੇ ਪਾਤਸ਼ਾਹ ਨੇ ਕੀ ਸੁਣਾਇਆ ਅੱਜ। ਵਿੱਚੋਂ ਬੱਚਿਆਂ ਨੂੰ ਅਸੀਂ ਪੁੱਛਣਾ, ਉਹਨਾਂ ਨੂੰ ਇਨਾਮ ਵੀ ਦੇਣੇ ਨੇ। ਪੁੱਛਣਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੱਜ ਕੀ ਸੁਣਾਇਆ ਤੁਹਾਨੂੰ। ਜਿਹੜੇ ਬੱਚੇ ਸਹੀ ਜਵਾਬ ਦੇਣਗੇ ਉਹਨਾਂ ਨੂੰ ਇਨਾਮ ਵੀ ਦਿੱਤੇ ਜਾਣੇ ਨੇ। ਸੋ ਸਾਰਿਆਂ ਨੇ ਪਾਤਸ਼ਾਹ ਜੀ ਦੇ ਪ੍ਰਵਚਨ ਬੜੇ ਧਿਆਨ ਨਾਲ ਸੁਣਨੇ ਨੇ, ਠੀਕ ਹੈ ਜੀ। ਸਾਰੇ ਜਣੇ ਆਪਣੀ ਆਪਣੀ ਜਗ੍ਹਾ ਤੇ ਬੈਠ ਜਾਓ, ਵੱਡੇ ਛੋਟੇ ਸਾਰਿਆਂ ਅੱਗੇ ਬੇਨਤੀ ਹੈ ਕਿ ਸਾਰੇ ਆਪਣੀ ਆਪਣੀ ਜਗ੍ਹਾ ਤੇ ਬੈਠ ਜਾਓ ਜੀ। ਸਤਿ ਸ਼੍ਰੀ ਅਕਾਲ ਜੀ। विद्या दाते दशमेश, विद्या दाते दशमेश, प्रगटे आप परमेश। सत्कारयोग साध संगत जी, मंच ते उपस्थित सारे पतवंते सज्जन, दूरों नेड़ों आए हुए सारे महान व्यक्ति, मीडिया वाले सज्जन ਅਤੇ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਮਾਤਾਵਾਂ ਸੇਵਾ ਕਰ ਰਹੀਆਂ ਨੇ, ਤੇ ਸਾਰੇ ਬੱਚੇ, ਸਾਰੇ ਸਰੋਤਾ ਜਨ, एक बारी सब तो पहलों यह नारा आप जी भी कृपा करके पढ़ो। विद्या दाते दशमेश, प्रगटे आप परमेश। प्यारियों, ये नारा मैं इस वास्ते बनाया कि सतगुरु गोबिंद सिंह सच्चे पातशाह ਸਾਡੇ ਵਿਦਿਆ ਦੇ ਦਾਤੇ ਸਨ। ਜੇ ਉਹ ਨਾ ਵਿਦਿਆ ਦਿੰਦੇ ਸਾਨੂੰ, ਆਪਾਂ ਤਾਂ ਅਨਪੜ੍ਹ ਹੀ ਰਹਿ ਜਾਣਾ ਸੀ। ਉਹ ਸੱਚੇ ਪਾਤਸ਼ਾਹ ਨੇ ਇੰਨੇ ਗ੍ਰੰਥਾਂ ਦਾ ਤਰਜਮਾ ਕਰਵਾਇਆ, ਇੰਨੇ ਗ੍ਰੰਥ ਆਪ ਰਚੇ, ਸਾਡੇ ਵਾਸਤੇ ਸਰਲ ਭਾਸ਼ਾ ਵਿੱਚ ਸਾਨੂੰ ਉਹਨਾਂ ਨੇ ਕਈ ਪ੍ਰਕਾਰ ਦੀ ਵਿਦਿਆ ਸਾਨੂੰ ਦਿੱਤੀ। ਇਹ ਇੱਕੋ ਇੱਕ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੇਰੇ ਪਾਤਸ਼ਾਹ ਸਨ, ਜਿਨ੍ਹਾਂ ਦੇ ਦਰਬਾਰ ਵਿੱਚ 52 ਕਵੀ ਸੀ। ਕਦੀ ਕਿਸੇ ਰਾਜੇ ਦੇ 52 ਕਵੀ ਨਹੀਂ ਹੋਏ। ਇਸ ਕਰਕੇ ਸਾਰੇ ਹੀ ਆਖੋ ਧੰਨ ਸਤਿਗੁਰੂ ਗੋਬਿੰਦ ਸਿੰਘ ਜੀ। ਸੋ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸਾਨੂੰ ਵਿਦਿਆ ਦਿੱਤੀ, ਅਸੀਂ ਉਸੇ ਗੁਰੂ ਦੇ ਸਿੱਖ ਹਾਂ। ਅਤੇ ਸਿੱਖ ਕੌਣ ਹੈ? ਸਿੱਖ ਸ਼ਬਦ ਸ਼ਿਸ਼ ਤੋਂ ਬਣਦਾ ਹੈ। ਸ਼ਿਸ਼ ਹੈਗਾ ਸੰਸਥਾ, ਉਹਦੇ ਤੋਂ ਸਿੱਖ ਸ਼ਬਦ ਬਣਿਆ ਸਾਡਾ ਪੰਜਾਬੀ ਵਿੱਚ। ਤੋ ਅਸੀਂ ਕਮਾਈ ਹੈ ਤਾਂ ਦਰਗਾਹ ਦਰਸ਼ਨ ਪਾਈ। ਸਾਨੂੰ ਅੱਗੇ ਜਾ ਕੇ ਦਰਗਾਹ ਵਿੱਚ ਤਾਂ ਵਧੀਆ ਸਥਾਨ ਪ੍ਰਾਪਤ ਹੋਵੇਗਾ ਜੇ ਅਸੀਂ ਇੱਥੇ ਸੇਵਾ ਕਰਾਂਗੇ। ਸੋ ਇਸ ਕਰਕੇ ਪਿਆਰਿਓ, ਗੁਰਬਾਣੀ ਵਿੱਚ ਲਿਖੇ ਹੋਏ ਸਤਿਗੁਰੂ ਜੀ ਦੇ ਬਚਨ ਨੂੰ ਮੰਨਦੇ ਹੋਏ ਅਸੀਂ ਨਾਮਧਾਰੀ ਸੰਗਤ ਸੇਵਾ ਕਰਦੇ। ਸੇਵਾ ਅਨੇਕ ਪ੍ਰਕਾਰ ਦੀ ਹੈ, ਉਹਦੀ ਗਿਣਤੀ ਨਹੀਂ ਹੋ ਸਕਦੀ। ਉਹਦੇ ਵਿੱਚੋਂ ਇੱਕ ਸੇਵਾ ਇਹ ਵੀ ਹੈ, ਅਤੇ ਇਹ ਦਾਨ ਵੀ ਹੈ ਜੋ ਸਾਡੀਆਂ ਧੀਆਂ ਭੈਣਾਂ ਕਰਦੀਆਂ ਪਈਆਂ। ਵਿਦਿਆ ਦਾਨ ਸਰਵੋਤਮ ਦਾਨ ਹੈ, ਕਿਉਂਕਿ ਵਿਦਿਆ ਦਾਨ ਉਹ ਹੈ ਜਿਹਨੂੰ ਕੋਈ ਖੋ ਨਹੀਂ ਸਕਦਾ। ਕੋਈ ਹੋਰ ਦਾਨ ਦਿਓਗੇ, ਪ੍ਰਸ਼ਾਦਾ ਦਿਓਗੇ, 10 ਰੁਪਈਏ ਦਿਓਗੇ, ਕੋਈ ਖੋ ਕੇ ਲੈ ਜਾਏਗਾ। ਵਿਦਿਆ ਨੂੰ ਥੋੜਾ ਕੋਈ ਖੋ ਲਵੇਗਾ। ਇਹ ਤਾਂ ਰਹਿੰਦੇ ਜੀਵਨ ਤੱਕ ਨਾਲ ਹੀ ਰਹੇਗੀ।
ਇਸੇ ਤਰ੍ਹਾਂ ਕਿਸੇ ਨੂੰ ਰੋਟੀ ਦੇਣੀ ਭਾਵੇਂ ਬਹੁਤ ਵਧੀਆ ਦਾਨ ਹੈ, ਪਰੰਤੂ ਰੋਟੀ ਦੇ ਸਿਰ ਕਰ ਦੇਣਾ ਉਸ ਤੋਂ ਵੀ ਵੱਡਾ ਦਾਨ। ਅੱਜ ਇੱਥੇ ਬੀਬੀ ਹਰਪ੍ਰੀਤ ਤੇ ਇਹਦੇ ਨਾਲ ਜਿੰਨੀਆਂ ਸਹਿਯੋਗੀ ਸਾਡੀਆਂ ਧੀਆਂ ਭੈਣਾਂ ਰਲ ਕੇ ਸੇਵਾ ਕਰਦੀਆਂ ਪਈਆਂ ਨੇ, ਉਹਨਾਂ ਵੱਲੋਂ ਇੱਕ ਸਮਾਗਮ ਕੀਤਾ ਜਾ ਰਿਹਾ ਕਿ 5 ਸਾਲ ਸਾਨੂੰ ਪੂਰੇ ਹੋ ਗਏ ਨੇ ਇਹ ਸੇਵਾ ਕਰਦਿਆਂ। ਸਤਿਗੁਰੂ ਜੀ ਕਿਰਪਾ ਕਰਨ, ਇਹਨਾਂ ਤੇ ਹੋਰ ਵੀ ਬਖਸ਼ਿਸ਼ ਕਰਨ ਅਤੇ ਇਹ ਹੋਰ ਵੀ ਵੱਧ ਤੋਂ ਵੱਧ ਸੇਵਾ ਕਰਨ। ਇਹ ਸਾਡੀਆਂ ਧੀਆਂ ਭੈਣਾਂ ਵੱਲੋਂ ਕੀਤੀ ਜਾਂਦੀ ਅਸੀਂ ਸਿੱਖ ਹੋਣ ਦੇ ਨਾਤੇ ਆਪਣਾ ਪੰਥ ਵਧਾਉਣਾ ਚਾਹੁੰਦੇ ਹਾਂ, ਪੰਥ ਵਧਾ ਰਹੇ ਹਾਂ। ਅਸੀਂ ਜਿੰਨੇ ਬੱਚੇ ਇੱਥੇ ਆਏ ਨੇ ਆਪ ਜੀ ਦੇਖ ਰਹੇ ਹੋ, ਜਾਂ ਜਿਹੜੇ ਨਹੀਂ ਵੀ ਆ ਸਕੇ, ਉਹਨਾਂ ਸਾਰੇ ਬੱਚਿਆਂ ਨੂੰ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਨਾਮ ਜਪਾਉਂਦੇ ਹਾਂ। ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਤੂੰ ਕੇਸ ਦਾੜੀ ਰੱਖ, ਨਹੀਂ, ਕਿਉਂਕਿ ਗੁਰੂ ਬਾਣੀ ਅਨੁਸਾਰ ਸਿੱਖੀ ਕੇਸ ਦਾੜੀ ਆਦਿ ਐਸ ਬਾਹਰਲੇ ਸਰੂਪ ਨਾਲ ਨਹੀਂ ਹੈਗੀ। ਸਿੱਖੀ ਸ਼ਰਧਾ ਨਾਲ। ਇਸ ਕਰਕੇ ਅਸੀਂ ਇਹਨਾਂ ਦੀ ਸ਼ਰਧਾ ਬਣਾਉਂਦੇ ਹਾਂ। ਸ਼ਰਧਾ ਵੱਜੇਗੀ, ਉਸ ਤੋਂ ਬਾਅਦ ਕੋਈ ਕੇਸ ਰੱਖੇਗਾ, ਕੋਈ ਨਹੀਂ ਰੱਖੇਗਾ। ਇਹਦੀ ਸ਼ਰਧਾ ਉਹ ਸਿੱਖ ਹੈ, ਔਰ ਜਿਹੜਾ ਸਤਿਗੁਰੂ ਨਾਨਕ ਦੇਵ ਜੀ ਨੂੰ ਮੰਨਦਾ ਉਹਨਾਂ ਤੇ ਸ਼ਰਧਾ ਰੱਖਦਾ, ਜਿੰਨੀ ਬਹੁਤੀ ਸ਼ਰਧਾ ਰੱਖਦਾ ਉਹਨਾਂ ਵੱਡਾ ਸਿੱਖ ਹੈ, ਜਿੰਨੀ ਥੋੜੀ ਰੱਖਦਾ ਉਹਨਾਂ ਛੋਟਾ ਹੈ। ਕਿਸੇ ਕੋਲ ਇਹ ਹੱਕ ਨਹੀਂ ਸਮੇਤ ਅਕਾਲ ਤਖਤ ਦੇ, ਕੋਈ ਇਹ ਨਹੀਂ ਕਹਿ ਸਕਦਾ ਕਿ ਤੂੰ ਸਿੱਖ ਨਹੀਂ, ਕਿਸੇ ਕੋਲ ਹੱਕ ਨਹੀਂ। ਜਿਹੜਾ ਗੁਰੂ ਜੀ ਤੇ ਸ਼ਰਧਾ ਰੱਖਦਾ ਉਹ ਸਿੱਖ ਹੈ। ਜਿਹੜੇ ਮੁਸਲਮਾਨ ਵੀ ਸ਼ਰਧਾ ਰੱਖਦੇ ਨੇ, ਉਹ ਪੀਰ ਨਾਨਕ ਮੰਨਦੇ ਨੇ, ਬਾਬਾ ਨਾਨਕ ਮੰਨਦੇ ਨੇ, ਉਹ ਵੀ ਸਿੱਖ ਨੇ, ਉਹਨਾਂ ਦੇ ਸ਼ਬਦਾਂ ਚ ਉਹ ਮੁਰੀਦ ਨੇ। ਜਿਹੜੇ ਲਾਮਾ ਨਾਨਕ ਮੰਨਦੇ ਨੇ ਉਹ ਵੀ ਸਿੱਖ ਨੇ। ਇਸ ਕਰਕੇ ਜਿਹੜਾ ਵੀ ਗੁਰੂ ਜੀ ਤੇ ਸ਼ਰਧਾ ਰੱਖਦਾ ਉਹ ਸਿੱਖ ਹੈ। ਜਿਨ੍ਹਾਂ ਆਪਣੇ ਮੋਨੇ ਵੀਰਾਂ ਨੂੰ ਅਸਾਂ ਹਿੰਦੂ ਆ ਕੇ ਦੂਰ ਕਰ ਦਿੱਤਾ, ਉਹ ਸਾਰੇ ਮੋਨੇ ਸਿੱਖ ਹੈਗੇ ਨੇ। ਅਸੀਂ ਇਹਨਾਂ ਨੂੰ ਗੁਰੂ ਜੀ ਤੇ ਸ਼ਰਧਾ ਬਣਾ ਰਹੇ ਹਾਂ, ਸਿੱਖ ਪੰਥ ਵਧਾ ਰਹੇ ਹਾਂ, ਵਿਦਿਆ ਦਾਨ ਦੇ ਕੇ ਆਪਣੇ ਗੁਰੂ ਦਾ ਬਚਨ ਮੰਨ ਰਹੇ ਹਾਂ, ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਾਏ ਪੂਰਨਿਆਂ ਤੇ ਚੱਲ ਰਹੇ ਹਾਂ, ਅਤੇ ਇਹਨਾਂ ਨੂੰ ਆਪਣੇ ਧਰਮ ਚ ਪਰਪੱਕ ਕਰ ਰਹੇ ਹਾਂ। ਔਰ ਧਰਮ ਦੀ ਸਹੀ ਸਿੱਖਿਆ ਦੇ ਰਹੇ ਹਾਂ, ਕਿਉਂਕਿ ਧਰਮ ਸਿਰਫ ਸੰਪਰਦਾਇ ਨਹੀਂ, ਧਰਮ ਤਾਂ ਉਹ ਪਵਿੱਤਰ ਨਿਯਮ ਨੇ ਜਿਹੜੇ ਮਨੁੱਖ ਨੂੰ ਨਿੱਜੀ ਜੀਵਨ ਤੇ ਸਮਾਜਿਕ ਜੀਵਨ ਉੱਚਾ ਕਰਨ ਦੀ ਜਾਂਚ ਦੱਸਣ ਅਤੇ ਸਮਾਜ ਨੂੰ, ਸ੍ਰਿਸ਼ਟੀ ਨੂੰ ਸੁਖੀ ਚਲਾਉਣ। ਉਹ ਧਰਮ ਦੇ ਪਵਿੱਤਰ ਨਿਯਮ ਨੇ। ਤੋ ਇਹ ਸਾਡੀਆਂ ਧੀਆਂ ਭੈਣਾਂ ਮਾਤਾਵਾਂ ਅਤਿਅੰਤ ਉੱਤਮ ਸੇਵਾ ਕਰ ਰਹੀਆਂ ਨੇ। ਆਪ ਜੀ ਜਿੰਨੇ ਹੀ ਇੱਥੇ ਸਰੀਰ ਆਏ ਹੋ, ਆਪ ਜੀ ਨੂੰ ਬੇਨਤੀ ਹੈ ਕਿ ਆਪਣੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਨੂੰ, ਜਿੱਥੇ ਜਿੱਥੇ ਵੀ ਕੋਈ ਬੈਠੇ ਨੇ, ਉਹਨਾਂ ਨੂੰ ਪ੍ਰੇਰਨਾ ਦਿਓ ਕਿ ਉਹ ਵੀ ਝੁੱਗੀਆਂ ਝੌਂਪੜੀਆਂ ਚ ਜਾ ਕੇ ਜਾਂ ਬੱਚਿਆਂ ਨੂੰ ਘਰੋਂ ਆਪਣੇ ਘਰ 2-4 ਬੱਚਿਆਂ ਨੂੰ ਸੱਦ ਕੇ ਗਰੀਬ ਬੱਚਿਆਂ ਨੂੰ ਵਿਦਿਆ ਦਾਨ ਦੇਣਾ ਸ਼ੁਰੂ ਕਰਨ, ਉਹਨਾਂ ਨਾਲ ਪਿਆਰ ਕਰਨ ਅਤੇ ਉਹਨਾਂ ਦਾ ਜੀਵਨ ਉੱਚਾ ਕਰ ਦੇਣ। ਇਹ ਵਿਦਿਆ ਦਾਨ ਸਰਵੋਤਮ ਦਾਨ ਹੈ। ਇੱਥੇ ਲੁਧਿਆਣੇ ਦੇ ਵਿੱਚ ਹੀ 2 ਜਥੇ ਹੋਰ ਨੇ, ਉਹ ਵੀ ਵਿਦਿਆ ਦਾਨ ਦੀ ਸੇਵਾ ਕਰਦੇ ਨੇ। ਬੀਬੀ ਬਲਵਿੰਦਰ ਕੌਰ ਜੀ ਨੇ, ਬੀਬੀ ਰਣਜੀਤ ਕੌਰ ਜੀ ਨੇ। ਉੱਥੇ ਅੰਮ੍ਰਿਤਸਰ ਵਿੱਚ ਵੀ ਜਥਾ ਬੀਬੀ ਭੁਪਿੰਦਰ ਕੌਰ ਦਾ ਨਾਂ ਹੈ, ਉਹਨਾਂ ਦੇ ਨਾਲ ਬੜੀਆਂ ਧੀਆਂ ਭੈਣਾਂ ਨੇ। ਦਿੱਲੀ ਵਿੱਚ ਨੇ ਬਹੁਤ ਸਾਰੀਆਂ ਸਾਡੀਆਂ ਧੀਆਂ ਭੈਣਾਂ। ਕਾਨਪੁਰ ਵਿੱਚ ਇੱਕ ਇਕੱਲਾ ਹੀ ਪਰਿਵਾਰ ਹੈ ਨਾਮਧਾਰੀਆਂ ਦਾ, ਮਨਮੋਹਨ ਸਿੰਘ ਜੀ,
ਉਹ ਕੱਲੇ ਹੀ 300 ਬੱਚੇ ਨੂੰ ਉਹ ਕੱਲਾ ਪਰਿਵਾਰ ਹੀ ਪੜ੍ਹਾਈ ਜਾਂਦਾ, ਸਾਰੇ ਉਹਨਾਂ ਦੇ ਬੱਚੇ ਮੁੰਡੇ ਕੁੜੀਆਂ ਸਾਰੇ ਹੀ ਪੜ੍ਹਾਈ ਜਾਂਦੇ ਨੇ, ਰਲ ਕੇ ਸੇਵਾ ਕਰਦੇ ਨੇ, ਪੈਸੇ ਨਹੀਂ ਲੈਂਦੇ, ਕੋਲੋਂ ਕੁਛ ਖਵਾਉਂਦੇ ਨੇ। ਤੇ ਜੇ ਉਹ 300 ਬੱਚੇ ਦਾ ਜੀਵਨ ਬਣਾ ਗਏ, ਏਡਾ ਵੱਡਾ ਦਾਨ ਹੋਰ ਕਿੱਥੋਂ ਲੱਭ ਸਕਦਾ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਅਸੀਂ ਸਤਿਗੁਰੂ ਰਾਮ ਸਿੰਘ ਦੇ ਸਿੱਖ ਹਾਂ, ਉਹਦੀ ਕਿਰਪਾ ਨਾਲ ਅਸੀਂ ਇਹ ਉੱਤਮ ਕਾਰਜ ਕਰ ਰਹੇ ਹਾਂ। ਇਸ ਕਰਕੇ ਵਿਦਿਆ ਦਾਨ ਸਰਵੋਤਮ ਦਾਨ ਹੈ, ਔਰ ਇਹ ਇਹਨਾਂ ਵੱਲੋਂ ਕੀਤੀ ਗਈ ਸਥਾਨ ਦੇਵੇਗੀ। ਇੱਥੇ ਵੀ ਇਹਨਾਂ ਦਾ ਨਾਮ ਸ਼ਾਨ ਉੱਚਾ ਕਰ ਰਹੀ ਹੈ। ਇਹ ਸਾਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ। ਸਾਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨੀ ਲਾਇਆ, ਔਰ ਇਹ ਸਾਡੀਆਂ ਧੀਆਂ ਭੈਣਾਂ ਇਹ ਸਿੱਧ ਕਰਦੀਆਂ ਨੇ ਕਿ ਵੱਡੇ ਵੱਡੇ ਪਰਿਵਰਤਨ ਲਿਆਉਣੇ, ਵੱਡੇ ਵੱਡੇ ਕਾਰਜ ਸਿਰਫ ਪੁਰਸ਼ ਹੀ ਨਹੀਂ ਕਰ ਸਕਦੇ, ਇਸਤਰੀਆਂ ਵੀ ਕਰ ਸਕਦੀਆਂ ਨੇ, ਔਰ ਗਰੀਬ ਪਰਿਵਾਰਾਂ ਚੋਂ ਉੱਠ ਕੇ ਵੀ ਕਰ ਸਕਦੀਆਂ ਨੇ। ਜਿਵੇਂ ਹਰਪ੍ਰੀਤ ਜੀ ਨੇ ਆਪਣੇ ਕੁਝ ਇੰਟਰਵਿਊਆਂ ਵਿੱਚ ਦੱਸਿਆ ਕਿ ਮੈਂ ਕਿੰਨੀ ਗਰੀਬੀ ਚੋਂ ਲੰਘੀ ਤੇ ਕਿਵੇਂ ਵਿਦਿਆ ਪੜ੍ਹੀ। ਸੋ ਇਸਤਰੀਆਂ ਦਾ ਪਹਿਲਾ ਮੁਕਤੀ ਦਾਤਾ ਸਤਿਗੁਰੂ ਰਾਮ ਸਿੰਘ ਜੀ ਸਨ, ਜਿਨ੍ਹਾਂ ਨੇ ਇਸਤਰੀਆਂ ਨੂੰ ਸਭ ਤੋਂ ਪਹਿਲਾਂ ਅੰਮ੍ਰਿਤ ਛਕਾਇਆ, ਸ਼ਹਿਰੇ ਪਵਾਏ, ਕੁੜੀਆਂ ਮਾਰਨੀਆਂ ਸਖਤੀ ਨਾਲ ਬੰਦ ਕੀਤੀਆਂ, ਸਾਦੇ ਤੇ ਸਸਤੇ ਵਿਆਹ ਸ਼ੁਰੂ ਕਰਵਾਏ, ਅੰਤਰਜਾਤੀ ਵਿਆਹ ਸ਼ੁਰੂ ਕਰਵਾਏ। ਸੋ ਐਸੇ ਸਤਿਗੁਰੂ ਜੀ ਦੇ ਅਸੀਂ ਸਿੱਖ ਹਾਂ, ਉਹਨਾਂ ਦੀ ਕਿਰਪਾ ਨਾਲ ਹੀ ਅਸੀਂ ਇਹ ਸੇਵਾ ਕਰ ਰਹੇ ਹਾਂ। ਤੇ ਉਹਨਾਂ ਦਾ ਹੁਕਮ ਹੈ ਕਿ ਲੜਕੇ ਲੜਕੀ ਨੂੰ ਹੋਸ਼ ਆਉਂਦੇ ਨਾਲ ਗੁਰਮੁਖੀ ਅੱਖਰ ਜ਼ਰੂਰ ਪੜ੍ਹਾਉਣੇ। ਉਹਨਾਂ ਦਾ ਬਚਨ ਮੰਨਦੇ ਹੋਏ ਅਸੀਂ ਵਿਦਿਆ ਦਾਨ ਦੇ ਰਹੇ ਹਾਂ, ਅਤੇ ਇਹ ਦਾਨ ਸਰਵੋਤਮ ਦਾਨ ਹੈ। ਆਪ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਕਿਸੇ ਨਾ ਕਿਸੇ ਰੂਪ ਵਿੱਚ ਆਪ ਜੀ ਸਾਰੇ ਹੀ ਸਮਾਜ ਸੇਵਾ ਕਰਿਆ ਕਰੋ, ਲੋੜਵੰਦਾਂ ਦੀ ਲੋੜ ਵਾਲੀ ਸੇਵਾ ਕਰੋ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਪੰਜ ਨਿਵਾਜਾ ਵਕਤ ਪੰਜ, ਪੰਜਾ ਪੰਜੇ ਨਾਓ, ਪਹਿਲਾ ਸੱਚ ਹੱਕ ਹਲਾਲ ਦੋਏ, ਤੀਜਾ ਖੈਰ ਖੁਦਾਏ। ਖੁਦਾ ਦੇ ਨਾਂ ਤੇ ਦਾਨ ਦੇਣਾ, ਇਹ ਉਪਦੇਸ਼ ਸਿਰਫ ਮੁਸਲਮਾਨਾਂ ਨੂੰ ਨਹੀਂ, ਇਹ ਸਾਰਿਆਂ ਵਾਸਤੇ ਹੀ ਹੈ। ਹੁਣ ਦਾਨ ਦੀ ਗੱਲ, ਦਾਨ ਦੇ ਵਿੱਚ ਵੀ ਬਹੁਤ ਵੱਡਾ ਫਰਕ ਹੈ। ਕਿਹੜਾ ਦਾਨ ਦੇਣਾ? ਬੜੇ ਥਾਵਾਂ ਤੇ ਬੜੇ ਸ਼ਰਧਾਲੂਆਂ ਵੱਲੋਂ ਲੰਗਰ ਲਾਏ ਜਾਂਦੇ ਨੇ, ਮੇਰੇ ਵਰਗੇ ਰੱਜਿਆਂ ਨੂੰ ਗੁਲਾਬ ਜਾਮੁਨ ਨੂੰ ਖਵਾ ਕੇ ਬਿਮਾਰ ਕਰ ਦਿੰਦੇ ਨੇ। ਉਹਦੇ ਤੇ ਸ਼ਰਧਾ ਨਾਲ ਸੇਵਾ ਹੀ ਕਰਦੇ ਨੇ, ਪਰ ਉਹ ਮੇਰੇ ਵਰਗਿਆਂ ਨੂੰ ਖਵਾ ਕੇ ਤੇ ਉਹਨਾਂ ਨੂੰ ਬਿਮਾਰ ਕਰ ਦਿੰਦੇ। ਬਈ ਜਿਹੜੇ ਪਦਾਰਥ ਮਹਿੰਗੇ ਪਦਾਰਥ ਰੱਜਿਆਂ ਨੂੰ ਖਵਾ ਦਿੱਤੇ, ਜਿਵੇਂ ਇੱਕ ਆਪਣੇ ਸਮਾਜ ਦੇ ਵਿੱਚ ਹੋਰ ਰਿਵਾਜ ਚੱਲਿਆ ਜੀ ਕਿ ਛਬੀਲ ਲਾਉਣੀ ਗਰਮੀਆਂ 'ਚ, ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਸਮੇਂ 15-20 ਦਿਨ ਇੰਨੀਆਂ ਛਬੀਲਾਂ ਲੱਗਦੀਆਂ ਨੇ ਕਿ ਕਾਰਾਂ, ਬੱਸਾਂ, ਮਰਸਰੀਆਂ ਵਾਲਿਆਂ ਨੂੰ ਰੋਕ ਧੱਕੇ ਨਾਲ ਉਹਨਾਂ ਨੂੰ ਖੰਡ ਦਾ ਗਲਾਸ ਪਿਆਈ ਜਾਂਦਾ। ਇਹ ਲੰਗਰ ਦੀ ਪਦਾਰਥ ਦੀ ਪੈਸੇ ਦੀ ਗਲਤ ਵਰਤੋਂ ਹੈ। ਲੰਗਰ ਦਾ ਸਹੀ ਅਰਥ ਕੀ ਹੈ? ਲੰਗਰ ਦਾ ਅਰਥ ਹੈ ਭੁੱਖੇ ਨੂੰ ਰੋਟੀ ਦੇਣੀ। ਸਤਿਗੁਰੂ ਰਾਮ ਸਿੰਘ ਜੀ ਦਾ ਬਚਨ ਹੈ, ਭੁੱਖੇ ਨੂੰ ਰੋਟੀ, ਜੋੜੇ ਵਾਲੇ ਨੂੰ ਜੋੜਾ, ਕੱਪੜੇ ਵਾਲੇ ਨੂੰ ਕੱਪੜਾ ਦੇਣਾ, ਭਾਵੇਂ ਉਹ ਵਿਰੋਧੀ ਹੋਵੇ, ਕਿਸੇ ਪੰਥ ਦਾ ਹੋਵੇ,
ਭਾਵ ਇਹ ਹੈ ਕਿ ਲੋੜਵੰਦ ਦੀ ਲੋੜ ਪੂਰੀ ਕਰਨੀ। ਇਹ ਬੀਬੀ ਹਰਪ੍ਰੀਤ ਕੌਰ ਜੀ ਤੇ ਇਹਨਾਂ ਦੇ ਨਾਲ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਸੇਵਾ ਕਰਦੀਆਂ ਨੇ, ਇਹ ਸਾਡੀਆਂ ਧੀਆਂ ਭੈਣਾਂ ਲੋੜਵੰਦ ਦੀ ਲੋੜ ਪੂਰੀ ਕਰਦੀਆਂ ਨੇ। ਤੇ ਲੋੜ ਕੀ ਹੈ? ਉਹਨਾਂ ਨੂੰ ਵਿੱਦਿਆ ਦੀ ਲੋੜ ਹੈ। ਉਹ ਲੋੜ ਹੀ ਪੂਰੀ ਕਰਦੀਆਂ ਨੇ ਜਾ ਕੇ। ਤੋ ਇਹ ਦਾਨ ਕਰਨ ਤੇ ਇਹਨਾਂ ਦਾ ਕੋਈ ਖਰਚਾ ਨਹੀਂ ਹੁੰਦਾ, ਇਹਨਾਂ ਦਾ ਕੋਈ ਖਰਚਾ ਨਹੀਂ ਹੁੰਦਾ। ਸਮਾਂ ਲੱਗਦਾ। ਇਹ ਨੂੰਹ ਸੱਸ ਦੀ ਲੜਾਈ ਦੇ ਸੀਰੀਅਲ ਨਹੀਂ ਵੇਖਦੀਆਂ ਟੀਵੀ ਤੇ। ਉਹ ਸੀਰੀਅਲ ਵੇਖਣ ਨਾਲੋਂ ਜਦੋਂ ਜਾ ਕੇ ਨਿੱਕੇ ਨਿੱਕੇ ਲਿਬੜੇ ਤਿਬੜੇ ਬੱਚਿਆਂ ਨਾਲ ਖੇਡਦੀਆਂ ਨੇ, ਉਹਨਾਂ ਨੂੰ ਖੁਸ਼ ਕਰਦੀਆਂ ਨੇ, ਇਹਨਾਂ ਨੂੰ ਉਹ ਸੀਰੀਅਲ ਵੇਖਣ ਨਾਲੋਂ ਕਿਤੇ ਬਹੁਤ ਹੀ ਖੁਸ਼ੀ ਮਿਲਦੀ ਹੈ। ਜੇ ਆਪ ਜੀ ਕਰੋਗੇ ਆਪ ਜੀ ਨੂੰ ਵੀ ਮਿਲੇਗੀ ਖੁਸ਼ੀ। ਕਰਕੇ ਵੇਖੋ, ਮੇਰੀਆਂ ਗੱਲਾਂ ਤੇ ਨਾ ਰਹੋ, ਕਰਕੇ ਵੇਖੋ ਕਿੰਨੀ ਖੁਸ਼ੀ ਮਿਲਦੀ ਹੈ। 3-4 ਇਹੋ ਜਿਹੀਆਂ ਸਾਡੀਆਂ ਧੀਆਂ ਨੇ, ਉਹ ਡਿਪਰੈਸ਼ਨ 'ਚ ਸਨ ਕਈਆਂ ਸਾਲਾਂ ਤੋਂ। ਡਿਪਰੈਸ਼ਨ ਕੀ ਹੈ? ਚਿੰਤਾਗ੍ਰਸਤ ਹੋ ਕੇ, ਕੋਈ ਪਰਿਵਾਰ 'ਚ ਸਮੱਸਿਆ ਬਣੀ, ਚਿੰਤਾਗ੍ਰਸਤ ਹੋ ਕੇ ਮੰਜੇ ਤੇ ਪਈਆਂ ਸੀ ਤੇ ਰੋਜ਼ ਲੱਪ ਗੋਲੀਆਂ ਖਾਈ ਜਾਂਦੀਆਂ ਸੀ, ਡਾਕਟਰ ਦੇਈ ਜਾਂਦੇ ਸੀ, ਨਸ਼ੇ ਦੀਆਂ ਗੋਲੀਆਂ ਖਾ ਕੇ ਪਈਆਂ ਰਹਿੰਦੀਆਂ ਸੀ। ਉਹਨਾਂ ਨੇ ਮੈਨੂੰ ਪਹੁੰਚ ਕੀਤੀ। ਮੈਂ ਉਹਨਾਂ ਨੂੰ ਆਖਿਆ ਕਿ ਜਾਓ, ਜਾ ਕੇ ਸੇਵਾ ਕਰੋ ਅਤੇ ਅਰਦਾਸ ਕਰੋ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ, ਗੁਰੂ ਕਿਰਪਾ ਕਰੇ। ਉਹ ਝੁੱਗੀਆਂ 'ਚ ਜਾ ਕੇ ਗਰੀਬ ਬੱਚਿਆਂ ਨੂੰ ਪੜ੍ਹਾਉਣ ਲੱਗੀਆਂ ਨੇ। 2 ਦਿਨਾਂ ਬਾਅਦ ਫੋਨ ਆ ਗਿਆ ਜੀ, ਸਾਡੀਆਂ ਤੇ ਦਵਾਈਆਂ ਵੀ ਸਾਰੀਆਂ ਛੁੱਟ ਗਈਆਂ, ਸਾਨੂੰ ਉਂਝ ਹੀ ਨੀਂਦ ਆਉਣ ਲੱਗ ਪਈ। ਸਾਨੂੰ ਤਾਂ ਉੱਥੇ ਖੁਸ਼ੀ ਇੰਨੀ ਮਿਲਦੀ ਹੈ। ਤੋ ਇਸ ਕਰਕੇ ਆਪ ਜੀ ਨੂੰ ਬੇਨਤੀ ਹੈ ਸਾਰਿਆਂ ਨੂੰ ਕਿ ਵਿਦਿਆ ਦਾਨ ਸਰਵੋਤਮ ਦਾਨ ਹੈ। ਇਹਨਾਂ ਬੱਚਿਆਂ ਨੂੰ ਦਾਨ ਕਰੋ ਔਰ ਇਹਨਾਂ ਦੇ ਵਿੱਚ ਪ੍ਰਭੂ ਦਾ ਰੂਪ, ਅੱਲਾ ਦਾ ਰੂਪ ਵੇਖੋ। ਆਪਾਂ ਸਾਰੇ ਭਾਰਤ ਵਾਸੀਆਂ, ਭਾਰਤੀ ਸੰਸਕ੍ਰਿਤੀ ਵਿੱਚੋਂ ਉਪਜੇ 4 ਧਰਮ ਨੇ। ਉਹਨਾਂ 4 ਧਰਮਾਂ ਦੇ ਅਨੁਸਾਰ, 4 ਧਰਮਾਂ ਦੇ ਅਨੁਸਾਰ ਹਰ ਇੱਕ ਦੇ ਵਿੱਚ ਪ੍ਰਭੂ ਦਾ ਵਾਸਾ ਹੈ। ਆਪਾਂ ਵੀ ਤਾਂ ਵੇਖੀਏ ਇਹਨਾਂ ਲਿਬੜੇ ਤੇ ਬੜੇ ਗਰੀਬ ਬੱਚਿਆਂ ਦੇ ਵਿੱਚ ਭਗਵਾਨ ਰਾਮਚੰਦਰ ਜੀ ਨੂੰ ਵੇਖੀਏ, ਭਗਵਾਨ ਕ੍ਰਿਸ਼ਨ ਜੀ ਨੂੰ ਵੇਖੀਏ, ਭਗਵਾਨ ਨਾਨਕ ਜੀ ਨੂੰ ਵੇਖੀਏ, ਪੈਗੰਬਰ ਮੁਹੰਮਦ ਜੀ ਨੂੰ ਵੇਖੀਏ, ਜਾਂ ਮਹਾਂਵੀਰ ਜੀ ਨੂੰ, ਜੈਨ ਮਹਾਂਵੀਰ ਜੀ ਨੂੰ ਵੇਖੀਏ, ਉਹਨਾਂ ਦੇ ਦਰਸ਼ਨ ਕਰੀਏ, ਮਹਾਤਮਾ ਬੁੱਧ ਜੀ ਦੇ ਦਰਸ਼ਨ ਕਰੀਏ, ਜਿਹਨੂੰ ਵੀ ਕੋਈ ਮੰਨਦਾ, ਈਸਾ ਜੀ ਦੇ ਦਰਸ਼ਨ ਕਰੀਏ ਨਾ ਇਹਨਾਂ ਲਿਬੜਿਆਂ ਤੇ ਬੜਿਆਂ 'ਚ, ਕਿੰਨਾ ਆਨੰਦ ਆਏਗਾ। ਕਰਕੇ ਤਾਂ ਵੇਖੋ। ਜੇ ਆਪ ਜੀ ਨੂੰ ਕਿਸੇ ਨੂੰ ਵੀ ਗਰੀਬ ਬੱਚਿਆਂ ਨੂੰ ਵਿੱਦਿਆ ਦਾਨ ਦੇਣ ਕਰਕੇ ਕੋਈ ਘਾਟਾ ਪੈਂਦਾ ਹੋਵੇ, ਉਹ ਮੇਰੇ ਤੋਂ ਲੈ ਲਿਓ। ਤੇ ਜਿੰਨੀਆਂ ਖੁਸ਼ੀਆਂ ਤੁਹਾਨੂੰ ਉੱਥੋਂ ਪ੍ਰਾਪਤ ਹੋਣਗੀਆਂ, ਉਹਦੇ ਚੋਂ 1% ਮੈਨੂੰ ਦੇ ਦਿਓ। ਸੋ ਆਪ ਜੀ ਸਾਰੇ ਇੱਥੇ ਆਏ ਹੋ ਤੇ ਆਪ ਜੀ ਸਾਰੇ ਹੀ ਇਸ ਵਿਦਿਆ ਦਾਤੇ ਦਸ਼ਮੇਸ਼ ਦਾ ਸੰਦੇਸ਼, ਉਹਨਾਂ ਦੀ ਕਿਰਪਾ ਸਾਰੇ ਪਾਸੇ ਪਹੁੰਚਾਓ ਤਾਂ ਕਿ ਸਤਿਗੁਰੂ ਜੀ ਕਿਰਪਾ ਕਰਨ ਅਤੇ ਸਾਰੇ ਪਾਸੇ ਸਾਰੇ ਮਨੁੱਖ ਪੜ੍ਹੇ ਲਿਖੇ ਹੋਣ, ਚੰਗੇ ਕਰਮ ਕਰਨ, ਨਸ਼ੇ ਆਦਿ ਬੁਰੇ ਕਰਮਾਂ ਤੋਂ ਬਚਣ ਅਤੇ ਆਪਾਂ ਵੀ ਸਾਰੇ ਸੇਵਾ ਕਰੀਏ। ਇਹਦੇ ਨਾਲ ਸੱਚੇ ਪਾਤਸ਼ਾਹ ਇਹਨਾਂ ਤੇ ਕਿਰਪਾ ਕਰਨ। ਹੁਣ ਸਾਰੇ ਹੀ ਆਖੋ ਧੰਨ ਸਤਿਗੁਰੂ ਨਾਨਕ ਦੇਵ ਜੀ, ਧੰਨ ਭਗਵਾਨ ਰਾਮਚੰਦਰ ਜੀ।